ਸ਼੍ਰੀ ਅਕਾਲ ਦੋਸਤੋ। ਜਿਸ ਤਰ੍ਹਾਂ ਆਪਾਂ ਸਾਇੰਸ ਵਿਸ਼ਾ ਸ਼ੁਰੂ ਕੀਤਾ ਹੋਇਆ ਹੈ ਤਾਂ ਉਸ ਦਾ ਜੋ ਅੱਜ ਦਾ ਆਪਣਾ ਜੋ ਟੌਪਿਕ ਹੋਵੇਗਾ ਸਾਊਂਡ, ਧੁਨੀ। ਠੀਕ ਹੈ, ਅਤੇ ਇਸ ਦੇ ਨੁਕਸਾਨ ਕੀ ਹਨ ਉਹ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਚੰਗੀ ਤਰ੍ਹਾਂ ਸਮਝਣਾ ਤਾਂ ਆਪਣਾ ਕਾਪੀ ਪੈਨ ਨਾਲ ਲੈ ਕੇ ਪੁਆਇੰਟ ਟੂ ਪੁਆਇੰਟ ਗੱਲ ਨੋਟ ਕਰਦੇ ਜਾਣਾ ਹੈ। ਠੀਕ ਹੈ, ਇਸ ਵੀਡੀਓ ਦੇ ਵਿੱਚ ਤੁਹਾਨੂੰ ਪੁਆਇੰਟ ਟੂ ਪੁਆਇੰਟ ਕੰਮ ਕਰਵਾਇਆ ਗਿਆ ਹੈ। ਠੀਕ ਹੈ, ਚਲੋ ਸ਼ੁਰੂ ਕਰਦੇ ਹਾਂ ਜੀ। ਸਾਊਂਡ, ਸਭ ਤੋਂ ਪਹਿਲਾਂ ਧੁਨੀ ਇੱਕ ਪ੍ਰਕਾਰ ਦੀ ਤਰੰਗ ਹੁੰਦੀ ਹੈ। ਠੀਕ ਹੈ, ਧੁਨੀ ਕੀ ਹੁੰਦੀ ਹੈ? ਇੱਕ ਪ੍ਰਕਾਰ ਦੀ ਵੇਵ ਹੁੰਦੀ ਹੈ, ਵੇਵ। ਅਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਤਰੰਗ, ਇਸ ਦੇ ਵਿੱਚ ਊਰਜਾ ਦਾ ਤਬਾਦਲਾ ਹੁੰਦਾ ਪਰ ਪੁੰਜ ਦਾ ਨਹੀਂ। ਠੀਕ ਹੈ, ਇਹ ਦੋ ਤਰ੍ਹਾਂ ਦੀਆਂ ਹੁੰਦੀਆਂ। ਠੀਕ ਹੈ, ਮਤਲਬ ਤਰੰਗ ਦੇਖੋ, ਧੁਨੀ ਕੀ ਹੁੰਦੀ ਹੈ? ਇੱਕ ਤਰੰਗ ਹੁੰਦੀ ਹੈ। ਅਤੇ ਤਰੰਗ ਕੀ ਹੁੰਦੀ ਹੈ? ਠੀਕ ਹੈ, ਵੇਵ ਕਿਸ ਨੂੰ ਕਹਿੰਦੇ ਹਨ? ਇਸ ਦੇ ਨਾਲ ਕੀ ਹੁੰਦਾ ਕਿ ਊਰਜਾ ਹੁੰਦੀ ਹੈ, ਜਿੰਨੀ ਐਨਰਜੀ ਹੁੰਦਾ ਉਸ ਦਾ ਹੀ ਤਬਾਦਲਾ ਹੁੰਦਾ ਹੈ। ਠੀਕ ਹੈ, ਅਤੇ ਜੋ ਵੀ ਮਾਸ ਹੁੰਦਾ, ਉਹਦਾ ਦ੍ਰਵਮਾਨ ਹੁੰਦਾ ਜਾਂ ਪੁੰਜ ਹੁੰਦਾ, ਠੀਕ ਹੈ, ਉਹਦਾ ਤਬਾਦਲਾ ਕਦੇ ਵੀ ਨਹੀਂ ਹੁੰਦਾ ਵੇਵ ਨਾਲ। ਠੀਕ ਹੈ, ਇਸ ਗੱਲ ਨੂੰ ਬਿਲਕੁਲ ਧਿਆਨ ਦੇ ਵਿੱਚ ਰੱਖਣਾ ਕਿ ਵੇਵ ਦੇ ਨਾਲ ਮਾਸ ਜਾਂ ਪੁੰਜ ਜਾਂ ਦ੍ਰਵਮਾਨ ਦਾ ਤਬਾਦਲਾ ਨਹੀਂ ਹੁੰਦਾ। ਦ੍ਰਵਮਾਨ ਉਹੀ ਉੱਥੇ ਹੀ ਰਹਿੰਦਾ। ਠੀਕ ਹੈ, ਅਤੇ ਸਿਰਫ ਇਸ ਦੇ ਵਿੱਚ ਊਰਜਾ ਦਾ ਤਬਾਦਲਾ ਹੁੰਦਾ। ਅਤੇ ਨੈਕਸਟ ਇਜ਼ ਤਰੰਗ। ਤਰੰਗਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ, ਇੱਕ ਤਾਂ ਮਕੈਨੀਕਲ ਹੁੰਦੀ ਹੈ, ਇੱਕ ਨੋਨ ਮਕੈਨੀਕਲ। ਠੀਕ ਹੈ, ਤਾਂ ਮਕੈਨੀਕਲ ਤਰੰਗਾਂ ਕਿਹੜੀਆਂ ਹੁੰਦੀਆਂ ਨੇ? ਜੋ ਕਿ ਲੰਬੇ ਦਾ ਲੌਂਗੀਟਿਊਡਨਲ ਤਰੰਗ। ਠੀਕ ਹੈ, ਲੌਂਗੀਟਿਊਡਨਲ ਤਰੰਗ, ਆਡੇ ਦਾ ਤਰੰਗ, ਟਰਾਂਸਵਰਸ ਤਰੰਗ। ਠੀਕ ਹੈ, ਜਾਂ ਵੇਵ ਕਹਿੰਦੇ ਨੇ। ਠੀਕ ਹੈ, ਲੌਂਗੀਟਿਊਡਨਲ ਵੇਵ, ਇਹ ਕੀ ਹੁੰਦੀਆਂ ਨੇ ਕਿ ਇਹ ਮਕੈਨੀਕਲ ਵੇਵਜ਼ ਹੁੰਦੀਆਂ ਨੇ। ਠੀਕ ਹੈ, ਜਿਨ੍ਹਾਂ ਨੂੰ ਅੱਗੇ ਵਧਣ ਲਈ ਕਿਸੇ ਨਾ ਕਿਸੇ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ, ਕਿਸੇ ਨਾ ਕਿਸੇ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ, ਜਿਹੜੇ ਮਕੈਨੀਕਲ ਵੇਵਜ਼ ਨੇ ਉਹਨਾਂ ਨੂੰ। ਠੀਕ ਹੈ, ਯਾਂਤਰਿਕ ਤਰੰਗਾਂ ਨੂੰ, ਜਿਨ੍ਹਾਂ ਨੂੰ ਕੀ ਕਿਹਾ ਜਾਂਦਾ? ਯਾਂਤਰਿਕ ਤਰੰਗਾਂ। ਠੀਕ ਹੈ, ਇਹ ਦੋ ਪ੍ਰਕਾਰ ਦੇ ਹੁੰਦੇ, ਜਿਨ੍ਹਾਂ ਇਸ ਵੀਡੀਓ ਦੇ ਵਿੱਚ ਇਹਨਾਂ ਤਰੰਗਾਂ ਬਾਰੇ ਹੀ ਪੜ੍ਹਾਂਗੇ। ਉਸ ਤੋਂ ਬਾਅਦ ਜੋ ਦੂਸਰੇ ਪ੍ਰਕਾਰ ਦੀ ਤਰੰਗ ਹੁੰਦੀ ਹੈ ਇਲੈਕਟ੍ਰੋਮੈਗਨੈਟਿਕ ਵੇਵਜ਼ ਆ। ਠੀਕ ਹੈ, ਨੋਨ ਮਕੈਨੀਕਲ ਵੇਵਜ਼ ਕਹਿੰਦੇ। ਠੀਕ ਹੈ, ਇਹਨਾਂ ਤਰੰਗਾਂ ਨੂੰ ਮਾਧਿਅਮ ਦੀ ਜ਼ਰੂਰਤ ਨਹੀਂ ਹੁੰਦੀ। ਠੀਕ ਹੈ, ਮੈਗਨੈਟਿਕ ਵੇਵਜ਼ ਜਿਹੜੀਆਂ ਹੁੰਦੀਆਂ ਹਨ ਉਹ ਲਾਈਟ, ਮਾਈਕਰੋਵਸ ਹੁੰਦੀ ਹੈ, ਇਨਫਰਾਰੈਡ ਹੁੰਦੀ ਹੈ, ਐਕਸਰੇਜ਼ ਹੁੰਦੀਆਂ ਨੇ, ਅਤੇ ਅਲਟਰਾਵਾਇਲਟ ਹੁੰਦੀਆਂ ਨੇ। ਠੀਕ ਹੈ, ਅਤੇ ਰੇਡੀਓ ਵੇਵਜ਼ ਹੁੰਦੀਆਂ ਨੇ। ਇਹ ਨੇ ਇਲੈਕਟ੍ਰੋਮੈਗਨੈਟਿਕ ਜਾਂ ਅਜਾਂਤਰਿਕ ਤਰੰਗਾਂ ਕਹਿੰਦੇ ਨੇ, ਜਿਨ੍ਹਾਂ ਨੂੰ ਕਿਸੇ ਵੀ ਮਾਧਿਅਮ ਦੀ ਜ਼ਰੂਰਤ ਨਹੀਂ ਹੁੰਦੀ। ਠੀਕ ਹੈ, ਇਸ ਤਰ੍ਹਾਂ ਪ੍ਰਕਾਸ਼ ਆਉਂਦਾ, ਸੂਰਜ ਦਾ ਪ੍ਰਕਾਸ਼ ਆਉਂਦਾ ਹੈ, ਲਾਈਟ ਆ ਰਹੀ ਹੈ। ਠੀਕ ਹੈ, ਇਸ ਤਰ੍ਹਾਂ ਇਹ ਆਪਣਾ ਸਨ ਹੈ, ਤਾਂ ਇਸ ਤੋਂ ਕਿਰਨਾਂ ਆ ਰਹੀਆਂ ਨੇ। ਇਹਨਾਂ ਨੂੰ ਕਿਸੇ ਵੀ ਸਾਧਨ ਦੀ ਜਾਂ ਕਿਸੇ ਵੀ ਮਾਧਿਅਮ ਦੀ ਜ਼ਰੂਰਤ ਨਹੀਂ ਹੁੰਦੀ ਧਰਤੀ 'ਤੇ ਪਹੁੰਚਣ ਲਈ। ਓਕੇ, ਉਸੇ ਤਰ੍ਹਾਂ ਠੀਕ ਹੈ, ਜਿਸ ਤਰ੍ਹਾਂ ਐਕਸਰੇਜ਼ ਹੋ ਗਏ, ਐਕਸਰੇ ਵਗੈਰਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਪਹਿਲੀ ਪ੍ਰਕਾਰ ਦੀ ਜੋ ਮਕੈਨੀਕਲ ਤਰੰਗ ਸੀਗੀ, ਲੌਂਗੀਟਿਊਡਨਲ ਤਰੰਗ। ਠੀਕ ਹੈ, ਜਾਂ ਵੇਵ, ਲੰਬੇ ਦਾ ਤਰੰਗ, ਉਹ ਕੀ ਹੁੰਦੀਆਂ ਹਨ? ਇਹ ਕਣ ਇੱਕ ਤੋਂ ਦੂਜੀ ਥਾਂ ਗਤੀ ਨਹੀਂ ਕਰਦੇ। ਠੀਕ ਹੈ, ਇਹ ਕਣ ਇੱਕ ਤੋਂ ਦੂਜੀ ਥਾਂ ਗਤੀ ਨਹੀਂ ਕਰਦੇ। ਠੀਕ ਹੈ, ਇੱਕ ਆਪਣੀ ਜਗ੍ਹਾ 'ਤੇ ਹੀ ਰਹਿੰਦੇ ਹਨ। ਇਹ ਆਪਣੀ ਅਪਰਾਮ ਅਵਸਥਾ 'ਤੇ ਹਿਲਜੁਲ ਕਰਦੇ ਹਨ। ਠੀਕ ਹੈ, ਇਹ 90 ਡਿਗਰੀ ਦੀ ਕੋਣ ਦੀ ਤਰ੍ਹਾਂ ਗਤੀ ਕਰਦੇ ਹਨ। ਠੀਕ ਹੈ, ਜਿਸ ਤਰ੍ਹਾਂ ਇਹ ਤੁਹਾਨੂੰ ਦਿਖਾਉਣਾ ਹੈ ਕਿ ਜਿਸ ਤਰ੍ਹਾਂ ਇਹ ਤਰੰਗ ਦੇਖੋ, ਇਹ ਪੁਆਇੰਟ, ਇਹ ਕਣ ਇੱਥੇ ਖੜ੍ਹਾ ਹੈ, ਤਾਂ ਇਹ ਸਿਰਫ ਇੱਥੇ ਹੀ ਰਹਿਣਾ, ਇਸ ਨੇ ਅੱਗੇ ਨਹੀਂ ਵਧਣਾ। ਠੀਕ ਹੈ, ਇਸ ਕਰਕੇ ਇਹ ਇੱਕ ਥਾਂ ਉੱਤੇ ਖੜ੍ਹੇ ਰਹਿੰਦੇ ਨੇ, ਅਤੇ ਇਹ ਕੀ ਕਰਦੇ ਨੇ? ਇਸ ਤਰ੍ਹਾਂ 90 ਡਿਗਰੀ ਦੇ ਕੋਣ ਵਾਂਗੂ ਕੰਮ ਕਰਦੇ ਹਨ। ਠੀਕ ਹੈ, ਉਸ ਤੋਂ ਬਾਅਦ ਜੋ ਹੈ ਆਪਣਾ ਦੂਸਰੇ ਪ੍ਰਕਾਰ ਦੀ ਜਿਹੜੀ ਤਰੰਗ ਹੈ ਆਡੇ ਦਾ ਤਰੰਗ ਜਾਂ ਟਰਾਂਸਵਰਸ ਵੇਵ ਹੁੰਦੀਆਂ ਨੇ। ਟਰਾਂਸਵਰਸ ਵੇਵ ਕਿਹੜੀਆਂ ਹੁੰਦੀਆਂ ਹਨ? ਇਸ ਲਈ ਮਾਧਿਅਮ ਦੇ ਕਣ ਆਪਣੀ ਮੂਲ ਅਵਸਥਾ ਦੇ ਤਰੰਗ ਅਤੇ ਤਰੰਗ ਦੇ ਸੰਚਾਰ ਦੀ ਦਿਸ਼ਾ ਦੇ ਲੰਬਮਈ ਗਤੀ ਕਰਦੇ ਹਨ। ਜਦੋਂ ਅਸੀਂ ਤਲਾਬ ਵਿੱਚ ਕੁਝ ਸੁੱਟਦੇ ਹਾਂ ਤਾਂ ਇਹ ਤਰੰਗ ਪੈਦਾ ਹੁੰਦੀ। ਜਦੋਂ ਇਹ ਐਗਜ਼ਾਮਪਲ ਹੈ, ਕੁਐਸਚਨ ਪੁੱਛਿਆ ਜਾ ਸਕਦਾ ਕਿ ਜਦੋਂ ਅਸੀਂ ਤਲਾਬ ਦੇ ਵਿੱਚ ਕੋਈ ਚੀਜ਼ ਦੇਖਦੇ ਹਾਂ ਤਾਂ ਉਹ ਕਿਹੜੀਆਂ ਤਰੰਗਾਂ ਉੱਡਦੀਆਂ ਨੇ? ਉਹ ਹੁੰਦੀਆਂ ਨੇ ਟਰਾਂਸਵਰਸ ਵੇਵ। ਇਹ 180 ਡਿਗਰੀ ਦੇ ਕੋਣ ਦੀ ਤਰ੍ਹਾਂ ਗਤੀ ਕਰਦੀਆਂ ਨੇ। ਦੇਖੋ, ਇਹ ਹਨ ਟਰਾਂਸਵਰਸ ਵੇਵ। ਜਿਸ ਤਰ੍ਹਾਂ ਇਹ ਕਣ ਹੈ, ਇਹ ਇਸ ਤਰ੍ਹਾਂ ਅੱਗੇ ਵੱਧਦੇ ਜਾਂਦੇ ਹਨ ਕਣ। ਠੀਕ ਹੈ, ਅੱਗੇ ਇਹ ਆਪਣਾ, ਠੀਕ ਹੈ, ਜਿਸ ਤਰ੍ਹਾਂ
ਲੌਂਗੀਟਿਊਡਨਲ ਦੇ ਵਿੱਚ ਸਿਰਫ ਕਣ ਆਪਣੀ ਜਗ੍ਹਾ 'ਤੇ ਸਥਿਰ ਰਹਿੰਦਾ ਸੀਗਾ, ਇਹਨਾਂ ਦੇ ਵਿੱਚ ਕਣ ਅੱਗੇ ਵੱਧਦੇ ਰਹਿੰਦੇ ਹਨ। ਠੀਕ ਹੈ, ਉਸ ਤੋਂ ਬਾਅਦ ਜੋ ਸਾਊਂਡ ਕੀ ਹੁੰਦਾ, ਧੁਨੀ ਕੀ ਹੁੰਦੀ ਹੈ। ਸਾਊਂਡ ਜਿਸ ਦੀ ਗੱਲ ਕਰ ਰਹੇ ਹਾਂ ਆਪਾਂ, ਸਾਊਂਡ ਕੀ ਹੁੰਦਾ ਹੈ, ਧੁਨੀ ਇੱਕ ਪ੍ਰਕਾਰ ਦੀ ਲੰਬੇਦਾਰ ਜਾਂ ਲੌਂਗੀਟਿਊਡਨਲ ਤਰੰਗ ਹੁੰਦੀ ਹੈ। ਠੀਕ ਹੈ, ਸਾਊਂਡ ਕੀ ਹੁੰਦਾ ਕਿ ਆਪਣਾ ਲੌਂਗੀਟਿਊਡਨਲ ਤਰੰਗ ਹੁੰਦੀ ਹੈ। ਇਹ ਤਿੰਨੇ ਮਾਧਿਅਮ ਹੁੰਦੇ ਜਿਹੜੇ ਠੋਸ, ਦਰਵ ਅਤੇ ਗੈਸ ਵਿੱਚ ਚੱਲ ਸਕਦਾ ਹੈ। ਇਹ ਖਲਾ ਕਿਹਨੂੰ ਕਹਿੰਦੇ ਨੇ, ਨਿਰਵਾਯੂ ਜਾਂ ਵੈਕਿਊਮ ਕਹਿੰਦੇ ਨੇ, ਵਿੱਚ ਨਹੀਂ ਚੱਲ ਸਕਦਾ। ਸਾਊਂਡ ਕਦੇ ਵੀ ਧੁਨੀ ਜੋ ਖਲਾ ਜਾਂ ਵੈਕਿਊਮ ਦੇ ਵਿੱਚ ਨਹੀਂ ਚੱਲਦੀ। ਧੁਨੀ ਦੀ ਚਾਲ ਸਭ ਤੋਂ ਵੱਧ ਠੋਸ ਵਿੱਚ ਹੁੰਦੀ ਹੈ। ਧੁਨੀ ਦੀ ਚਾਲ ਸਭ ਤੋਂ ਵੱਧ ਕਿਹਦੇ ਵਿੱਚ ਹੁੰਦੀ ਹੈ, ਠੋਸ ਵਿੱਚ। ਨਿਰਵਾਜੂ ਵਿੱਚ ਜਾਂ ਵੈਕਿਊਮ ਦੇ ਵਿੱਚ ਕੀ ਹੁੰਦਾ ਕਿ ਧੁਨੀ ਦੀ ਚਾਲ 0 ਹੁੰਦੀ ਹੈ, 0 ਹੁੰਦੀ ਹੈ। ਠੀਕ ਹੈ, ਜੇਕਰ ਪੁੱਛਿਆ ਜਾਵੇ ਕਿ ਧੁਨੀ ਜਾਂ ਸਾਊਂਡ ਦੀ ਚਾਲ ਕਿਸ ਦੇ ਵਿੱਚ 0 ਹੋਵੇਗੀ ਤਾਂ ਉਹ ਕੀ ਹੈ, ਨਿਰਵਾਜੂ ਜਾਂ ਵੈਕਿਊਮ। ਠੀਕ ਹੈ, ਧੁਨੀ ਤਰੰਗ ਦੇ ਲੱਛਣ ਹੁੰਦੇ ਨੇ 3 ਪ੍ਰਕਾਰ ਦੇ ਜੋ ਲੱਛਣ ਹੁੰਦੇ ਹਨ ਇਹਦੇ, ਫ੍ਰੀਕੁਐਂਸੀ, ਆਵਰਤੀ ਕਹਿੰਦੇ ਨੇ, ਆਯਾਮ, ਐਂਪਲੀਟਿਊਡ ਅਤੇ ਚਾਲ। ਠੀਕ ਹੈ, ਫ੍ਰੀਕੁਐਂਸੀ, ਐਂਪਲੀਟਿਊਡ ਅਤੇ ਚਾਲ, ਸਪੀਡ। ਓਕੇ, ਤਾਂ ਹੁਣ ਆਵਰਤੀ। ਫ੍ਰੀਕੁਐਂਸੀ ਕੀ ਹੁੰਦੀ ਹੈ, ਕਿਸੇ ਮਾਧਿਅਮ ਵਿੱਚ ਇੱਕ ਕਣ ਦੁਆਰਾ 1 ਸੈਕਿੰਡ ਵਿੱਚ ਕੀਤਾ ਗਿਆ ਕੰਬਣ ਆਵਰਤੀ ਅਖਵਾਉਂਦਾ ਹੈ। ਠੀਕ ਹੈ, ਕਿਸੇ ਮਾਧਿਅਮ ਦੁਆਰਾ 1 ਸੈਕਿੰਡ ਵਿੱਚ ਕੀਤਾ ਗਿਆ ਕੰਬਣ, ਇਸ ਤਰ੍ਹਾਂ ਕੋਈ ਵੀ ਧੁਨੀ ਦੇ ਸਾਊਂਡ ਦੇ ਕਣ ਨੇ ਉਹ ਕੀ ਕਰਦੇ ਨੇ, ਇਸ ਤਰ੍ਹਾਂ ਕੰਪਨ ਕਰਦੇ ਹਨ। ਠੀਕ ਹੈ, ਆਪਣੀ ਜਗ੍ਹਾ 'ਤੇ ਕਰਦੇ ਨੇ ਜਾਂ ਆਪਣਾ ਸਥਾਨ ਜਿੱਥੇ ਟਰਾਂਸਵਰਸ ਵੇਵ ਦੇ ਵਿੱਚ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਉਹ ਕੰਪਨ ਕਰਦੇ ਨੇ। ਉਸੇ ਕੰਪਨ ਨੂੰ ਕੀ ਕਿਹਾ ਜਾਂਦਾ, 1 ਸੈਕਿੰਡ ਦੇ ਵਿੱਚ ਜਿੰਨਾ ਉਹ ਕੰਬਣ, ਠੀਕ ਹੈ, ਵਾਈਬ੍ਰੇਸ਼ਨ ਕਰਦੇ ਹਨ, ਉਸ ਨੂੰ ਕੀ ਕਿਹਾ ਜਾਂਦਾ, ਆਵਰਤੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਵਰਤੀ ਦਾ SI ਜੋ ਯੂਨਿਟ ਹੁੰਦੇ ਹਰਟਜ਼ ਦੇ ਨਾਂ 'ਤੇ ਇਹ ਹਰਟਜ਼ ਦਾ ਜੋ ਆਵਰਤੀ ਦਾ SI ਮਾਤਰਕ ਦਿੱਤਾ ਗਿਆ ਹੈ। ਹੈਨਰਿਕ ਰੁਡੋਲਫ ਜਿਹੜੇ ਕਿ ਇੱਕ ਵਿਗਿਆਨਿਕ ਸੀਗੇ, ਉਹਨਾਂ ਦੇ ਨਾਂ 'ਤੇ ਹਰਟਜ਼ ਦਾ ਨਾਂ ਰੱਖਿਆ ਗਿਆ। ਕਿਸੇ ਨਿਸ਼ਚਿਤ ਬਿੰਦੂ ਤੋਂ ਗੁਜ਼ਰਨ ਵਿੱਚ ਲੱਗੇ ਸਮੇਂ ਨੂੰ ਤਰੰਗ ਦਾ ਆਵਰਤ ਕਾਲ ਜਾਂ ਮਿਆਦ ਕਾਲ ਵੀ ਕਿਹਾ ਜਾਂਦਾ। ਠੀਕ ਹੈ, ਇਸ ਤਰ੍ਹਾਂ ਕਿਸੇ ਨਿਸ਼ਚਿਤ ਬਿੰਦੂ ਤੋਂ ਗੁਜ਼ਰਨ ਵਿੱਚ ਲੱਗੇ ਸਮੇਂ ਵਿੱਚ, ਠੀਕ ਹੈ, ਮੰਨ ਲਓ ਕਿ ਇੱਕ ਤਰੰਗ ਇੱਥੋਂ ਚੱਲਣਾ ਸ਼ੁਰੂ ਕਰਦੀ ਹੈ, ਉਹ ਕੀ ਕਰਦੀ ਹੈ, ਇਸ ਤਰ੍ਹਾਂ ਇਸ ਬਿੰਦੂ ਤੱਕ ਪਹੁੰਚਦੀ ਹੈ। ਠੀਕ ਹੈ, ਇਹ ਜਿੰਨਾ ਵੀ ਉਸਦਾ ਜੋ ਇੰਨਾ ਟਾਈਮ ਲੱਗਿਆ, ਇਹ ਕੀ ਕਹਿਲਾਉਂਦਾ ਹੈ, ਆਵਰਤ ਕਾਲ ਕਹਿਲਾਉਂਦਾ ਹੈ, ਟਾਈਮ ਪੀਰੀਅਡ ਕਹਿਲਾਉਂਦਾ। ਆਵਰਤੀ ਨੂੰ ਗ੍ਰੀਕ ਅੱਖਰ ਨਿਊ ਨਾਲ ਪ੍ਰਗਟਾਇਆ ਜਾਂਦਾ। ਠੀਕ ਹੈ, ਆਵਰਤੀ ਇਹ ਕੀ ਕਹਿੰਦਾ, ਵੀ ਦਾ ਸਾਈਨ ਹੁੰਦਾ ਇਸ ਤਰ੍ਹਾਂ ਦਾ, ਇਹ ਕੀ ਹੁੰਦਾ, ਨਿਊ। ਇਸੇ ਨਾਲ ਜੋ ਆਵਰਤੀ ਫ੍ਰੀਕੁਐਂਸੀ ਨੂੰ ਕੀ ਨਾ ਅਪਣਾਇਆ ਜਾਂ ਉਸ ਨੂੰ ਪ੍ਰਗਟਾਇਆ ਜਾਂਦਾ। ਠੀਕ ਹੈ, ਇਹ ਸਾਈਨ ਦਿੱਤਾ ਹੋਇਆ ਗ੍ਰੀਕ ਅੱਖਰ ਹੈ ਜੋ। ਉਸ ਤੋਂ ਬਾਅਦ ਤਰੰਗ ਲੰਬਾਈ, ਵੇਵਲੈਂਥ ਕੀ ਹੁੰਦੀ ਹੈ। ਠੀਕ ਹੈ, ਜਿਸ ਤਰ੍ਹਾਂ ਇਸ ਪਿਕਚਰ ਦੇ ਵਿੱਚ ਦਿਖਾਇਆ ਗਿਆ ਕਿ, ਠੀਕ ਹੈ, ਇਹ ਕੀ ਹੁੰਦੀ ਹੈ, ਜੋ ਇਹਨਾਂ ਦੋ, ਠੀਕ ਹੈ, ਇਹਨਾਂ ਦੋ ਠੀਕ ਹੈ, ਇਹਨਾਂ ਦੇ ਵਿੱਚ ਕੀ ਹੁੰਦਾ ਕਿ ਜੋ ਇਹ ਕੀ ਹੈ, ਇਹਨਾਂ ਵਿਚਾਲੀ ਜੋ ਵੇਵ ਹੁੰਦੀ ਹੈ ਲੰਬਾਈ ਹੁੰਦੀ ਹੈ, ਕੀ ਹੁੰਦੀ ਹੈ, ਵੇਵਲੈਂਥ, ਤਰੰਗ ਲੰਬਾਈ ਹੁੰਦੀ ਹੈ। ਠੀਕ ਹੈ, ਇਹ ਕੀ ਹੁੰਦੀ ਹੈ, ਤਰੰਗ ਲੰਬਾਈ। ਦੋ ਕ੍ਰਮਵਾਰ ਨਪੀੜਨਾਂ ਦੇ ਵਿਚਕਾਰ ਦੂਰੀ ਨੂੰ ਤਰੰਗ ਲੰਬਾਈ ਕਹਿੰਦੇ ਨੇ। ਠੀਕ ਹੈ, ਨਪੀੜਨ ਕਿਸ ਤਰ੍ਹਾਂ ਕਿ ਜੋ ਤਰੰਗ ਚੱਲਦੀ, ਇਸ ਤਰ੍ਹਾਂ ਇਸਨੇ ਇੱਥੋਂ ਚੱਲਣਾ ਸ਼ੁਰੂ ਕੀਤਾ ਤਾਂ ਇਸ ਤਰ੍ਹਾਂ, ਠੀਕ ਹੈ, ਆਪਣੇ ਆਪ ਨੂੰ ਆਪਣੀ ਦਿਸ਼ਾ ਚੇਂਜ ਕਰਕੇ, ਠੀਕ ਹੈ, ਉਹ ਚੱਲਦੀ ਹੈ ਜਿਵੇਂ ਵੀ। ਠੀਕ ਹੈ, ਉਹ ਕੀ ਹੁੰਦਾ ਕਿ ਤਰੰਗ ਲੰਬਾਈ ਅਖਵਾਉਂਦਾ ਜੋ ਇਹਨਾਂ ਨੂੰ ਦੋ ਨਪੀੜਨ, ਇਹ ਕੀ ਹੁੰਦੇ ਨੇ, ਨਪੀੜਨ ਕਿਹਾ ਜਾਂਦਾ ਇਹਨਾਂ ਨੂੰ। ਠੀਕ ਹੈ, ਇਹਨਾਂ ਦੇ ਵਿੱਚ ਦੀ ਜੋ ਦੂਰੀ, ਇਹ ਨੇ ਨਪੀੜਨ, ਇਹਨਾਂ ਦੇ ਵਿੱਚ ਦੀ ਜੋ ਦੂਰੀ ਆ ਉਹ ਕੀ ਕਹਿਲਾਉਂਦੀ ਹੈ, ਵੇਵਲੈਂਥ, ਤਰੰਗ ਲੰਬਾਈ ਕਹਿਲਾਉਂਦੀ ਹੈ। ਨਪੀੜਨ ਉਹ ਖੇਤਰ ਹੈ ਜਿੱਥੇ ਘਣਤਾ ਅਤੇ ਦਬਾਅ ਦੋਨੇ ਹੀ ਵੱਧ ਘੱਟ ਹੁੰਦੇ ਨੇ। ਠੀਕ ਹੈ, ਨਪੀੜਨ ਉਹ ਖੇਤਰ ਹੁੰਦਾ ਹੈ ਜਿੱਥੇ ਘਣਤਾ ਅਤੇ ਦਬਾਅ ਦੋਨੋਂ ਹੀ ਵੱਧ ਘੱਟ ਹੁੰਦੇ ਰਹਿੰਦੇ ਹਨ। ਤਰੰਗ ਲੰਬਾਈ ਨੂੰ ਆਮ ਤੌਰ 'ਤੇ ਗ੍ਰੀਕ ਅੱਖਰ ਲੈਮਡਾ ਨਾਲ ਪ੍ਰਗਟਾਇਆ ਜਾਂਦਾ ਹੈ। ਠੀਕ ਹੈ, ਲੈਮਡਾ ਇਹ ਕੀ ਹੈ ਕਿ ਜੋ ਇੱਕ ਗ੍ਰੀਕ ਅੱਖਰ ਹੈ ਲੈਮਡਾ, ਠੀਕ ਹੈ, ਇਸ ਤਰ੍ਹਾਂ ਦਾ ਹੁੰਦਾ ਹੈ, ਉਸ ਦੇ ਨਾਲ ਹੀ ਜਿਹੜੀ ਤਰੰਗ ਲੰਬਾਈ ਨੂੰ ਪ੍ਰਗਟਾਇਆ ਜਾਂਦਾ ਹੈ। ਇਸ ਦੀ SI ਯੂਨਿਟ ਕੀ ਹੈ, ਮੀਟਰ। ਉਸ ਤੋਂ ਬਾਅਦ, ਠੀਕ ਹੈ, ਇਸੀ ਤਰੰਗ ਲੰਬਾਈ। ਉਸ ਤੋਂ ਬਾਅਦ ਜੋ ਆਪਣਾ ਸਾਊਂਡ ਪਾਰਟ 2। ਠੀਕ ਹੈ, ਸੋ ਦੋਸਤੋ ਅੱਜ ਦੇ ਲਈ ਸਿਰਫ ਇੰਨਾ ਹੀ ਸਾਊਂਡ ਦੇ ਵਿੱਚ। ਜੋ ਇਸਦਾ ਦੂਸਰਾ ਪਾਰਟ ਹੋਵੇਗਾ ਉਸ ਦੇ ਵਿੱਚ ਆਪਾਂ ਇਸ ਨੂੰ ਬਿਲਕੁਲ ਕੰਪਲੀਟ ਕਰਾਂਗੇ।
ਧੰਨਵਾਦ।